ਧੰਨ ਵਾਹਿਗੁਰੂ ਜੀ। ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ, ਨਿਰਮਲ ਭੈ ਚੀਤਾ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਸੋਰਠ ਮਹਿਲਾ ਨੌਵਾਂ। ਮਨ ਰੇ ਪ੍ਰਭ ਕੀ ਸਰਨ ਵਿਚਾਰੂ, ਜਿਹ ਸਿਮਰਤ ਗਨ ਕਾਸੀ ਉਧਰੀ। ਤਾਕੋ ਜਸ ਉਰ ਤਾਰੋ, ਮਨ ਰੇ ਪ੍ਰਭ ਕੀ ਸਰਨ ਵਿਚਾਰੋ। ਜਿਹ ਸਿਮਰਤ ਗਨ ਕਾਸੀ ਉਧਰੀ। ਤਾਕੋ ਜਸ ਉਰ ਤਾਰੂ ਰਹਾਉ। ਅਟਲ ਭਇਓ ਧਰੂ ਜਾ ਕੈ ਸਿਮਰਨ, ਅਰ ਨਿਰਭੈ ਪਦ ਪਾਇਆ। ਦੁਖ ਹਰਤਾ ਏ ਵਿਦ ਕੋ ਸੁਆਮੀ, ਤੈ ਕਾਹੇ ਵਿਸਰਾਇਆ। ਜਬ ਹੀ ਸਰਣ ਗਹੀ ਕਿਰਪਾ ਨਿਧ, ਗਜ ਗਰਾਹ ਤੇ ਛੂਟਾ। ਮਹਿਮਾ ਨਾਮ ਕਹਾਂ ਲਉ ਬਰਨੋ, ਰਾਮ ਕਹਿਤ ਬੰਧਨ ਤੇ ਟੁੱਟਾ। ਅਜਾਮਲ ਪਾਪੀ ਜਗ ਜਾਨੇ, ਨਿਮਖ ਮਾਹੇ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਹੀ ਉਤਰਹਿ ਪਾਰਾ। ਅਜਾਮਲ ਪਾਪੀ ਜਗ ਜਾਨੇ, ਨਿਮਖ ਮਾਹੇ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ, ਤਹ ਹੀ ਉਤਰਹਿ ਪਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਵਿੱਚ ਜੁੜ ਬੈਠੇ ਸਤਸੰਗੀ ਜਨੋ, ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ। ਸੰਧਿਆ ਵੇਲੇ ਗੁਰੂ ਦਰ ਤੇ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ, ਜਿਸ ਨੂੰ ਆਪਾਂ ਪਿਛਲੇ ਸਮੇਂ ਤੋਂ ਵਿਚਾਰਦੇ ਆ ਰਹੇ ਹਾਂ। ਹੁਣ ਤੱਕ ਲੜੀਵਾਰ ਵਿਚਾਰ ਦੇ ਵਿੱਚ ਸੋਰਠ ਰਾਗ ਦੇ 3 ਸ਼ਬਦ ਵਿਚਾਰੇ ਹਨ। ਅੱਜ ਚੌਥਾ ਸ਼ਬਦ, ਜਿਸ ਦੀ ਆਪਾਂ ਰਲ ਮਿਲ ਕੇ ਵਿਚਾਰ ਕਰਨੀ ਹੈ। ਮੰਗਲਾਚਰਨ ਰੂਪ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ।
ਸੋ ਆਓ ਇਹਨਾਂ ਪਾਵਨ ਵਚਨਾਂ ਦੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਮਨੋਬਿਰਤੀਆਂ ਇਕਾਗਰ ਕਰੋ। ਪ੍ਰੇਮ ਸਹਿਤ ਸਾਹਿਬਾਂ ਨੂੰ ਝੁਕਾਓ, ਸੀਸ ਲਵਾਓ ਹਾਜ਼ਰੀਆਂ। ਗੁਰੂ ਮੰਤਰ ਦੀ ਸਾਂਝ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਤੇਗ ਬਹਾਦਰ ਮਹਾਰਾਜ ਬਾਰ-ਬਾਰ ਮਨ ਨੂੰ ਸੰਬੋਧਨ ਕਰਕੇ ਸਮਝਾ ਰਹੇ ਹਨ। ਆਖਰੇ ਨੇ ਕਿ ਹੈ ਮੇਰੇ ਮਨ, ਤੂੰ ਪਰਮਾਤਮਾ ਦੀ ਸ਼ਰਨ ਵਿੱਚ ਪੈ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਧਿਆਨ ਧਰ, ਨਾਮ ਨਾਲ ਜੁੜ, ਉਸ ਨਾਮ ਨੂੰ ਵਿਚਾਰ। ਇੱਥੇ ਵੀ ਸਤਿਗੁਰ ਆਖ ਰਹੇ ਨੇ ਸੋਰਠ ਮਹਿਲਾ ਨੌਵਾਂ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਹੇ ਮੇਰੇ ਮਨ, ਪਰਮਾਤਮਾ ਦੀ ਸ਼ਰਨ ਵਿੱਚ ਪੈ ਕੇ ਉਸਦੇ ਨਾਮ ਦਾ ਧਿਆਨ ਧਰਿਆ ਕਰ, ਉਸਦੇ ਨਾਮ ਨੂੰ ਵਿਚਾਰਿਆ ਕਰ ਕਿ ਪਰਮਾਤਮਾ ਦਾ ਨਾਮ ਕੀ ਕਰਦਾ ਹੈ, ਪਰਮੇਸ਼ਰ ਦਾ ਨਾਮ ਕਿਉਂ ਜਪਣਾ ਚਾਹੀਦਾ ਹੈ, ਉਸ ਨਾਮ ਦੇ ਵਿੱਚ ਕੀ ਤਾਕਤ ਤੇ ਕੀ ਸਮਰਥਾ ਹੈ। ਸਾਧੂ ਕਹਿੰਦੇ ਇਸ ਨੂੰ ਤੂੰ ਵਿਚਾਰਿਆ ਕਰ, ਇਸ ਦੀ ਵਿਚਾਰ ਕਰਿਆ ਕਰ, ਉਸ ਨਾਮ ਦਾ ਤੂੰ ਧਿਆਨ ਧਰਿਆ ਕਰ ਜਿਸ ਨਾਮ ਦੇ ਵਿੱਚ ਐਡੀ ਤਾਕਤ ਹੈ। ਇਹਨੂੰ ਮਹਾਰਾਜ ਕਹਿੰਦੇ ਨੇ ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ। ਇੱਥੇ ਮਹਾਰਾਜ ਕਹਿੰਦੇ ਉਸ ਨਾਮ ਨਾਲ ਜੁੜ, ਉਸ ਨਾਮ ਦੇ ਨਾਲ ਆਪਣੇ ਮਨ ਨੂੰ ਟਿਕਾ ਔਰ ਪ੍ਰਭੂ ਦੀ ਸ਼ਰਨ ਵਿੱਚ ਪੈ ਕੇ ਉਸ ਨਾਮ ਦਾ ਧਿਆਨ ਧਰ, ਉਸ ਨਾਮ ਨੂੰ ਵਿਚਾਰ। ਮਹਾਰਾਜ ਕਹਿੰਦੇ ਉਹ ਨਾਮ ਪਤਾ ਕੀ ਕਰਦਾ ਹੈ, ਉਸ ਨਾਮ ਦੇ ਵਿੱਚ ਕਿਤਨੀ ਤਾਕਤ ਹੈ। ਆਖਣ ਲੱਗੇ ਜਿਹੇ ਸਿਮਰਤ ਗਨਕਾਸੀ ਉਧਰੀ, ਤਾਕੋ ਜਸ ਉਰ ਧਾਰੋ ਰਹਾਓ। ਇਹ ਦੋਨੇ ਪੰਕਤੀਆਂ ਸ਼ਬਦ ਦਾ ਕੇਂਦਰੀ ਭਾਵ ਹੈ। ਗੁਰੂ ਮਹਾਰਾਜ ਆਖਣ ਲੱਗੇ ਦੇਖ, ਜਿਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਿਮਰ ਕੇ, ਜਿਸ ਪਰਮਾਤਮਾ ਦਾ ਸਿਮਰਨ ਕਰਦੇ ਹਾਂ, ਗਣਕਾ ਵਰਗੀ ਪਾਪਨ ਵਿਕਾਰਾਂ ਤੋਂ ਬਚ ਗਈ। ਜਿਹੜੀ ਗਣਕਾ ਸੀ ਨਾ, ਇੱਕ ਵੇਸਵਾ ਸੀ। ਕੋਈ ਸੰਤ ਰੱਬ ਦਾ ਪਿਆਰਾ ਇਸ ਦੇ ਕੋਲ ਆਇਆ, ਉਹ ਤੋਤਾ ਰਾਮ ਰਾਮ ਕਹਿੰਦਾ ਸੀ। ਇੱਕ ਪੁਰਾਤਨ ਕਥਾਵਾਂ ਲਿਖੀਆਂ ਹੋਈਆਂ ਨੇ ਤੇ ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਦੇ ਵਿੱਚ ਇਹ ਜ਼ਿਕਰਾ ਕੀਤਾ ਹੋਇਆ। ਉਹ ਸੰਤ ਜਦੋਂ ਕਹਿੰਦੇ ਉਸ ਵੇਸਵਾ ਦੇ ਦੁਆਰੇ ਤੇ ਆਇਆ, ਇੱਕ ਤੋਤਾ ਸੀ ਉਸਦੇ ਕੋਲ, ਉਹ ਰਾਮ ਰਾਮ ਉਚਾਰਨ ਕਰਦਾ ਸੀ। ਉਸ ਤੋਂ ਰਾਮ ਨਾਮ ਦੇ ਸਿਮਰਨ ਦੀ ਲਗਨ ਕਹਿੰਦੇ ਇਸ ਵੇਸਵਾ ਗਨਕਾ ਨੂੰ ਲੱਗੀ। ਪਰ ਹੌਲੀ ਹੌਲੀ ਇਸ ਦਾ ਹਿਰਦਾ ਜਿਹੜਾ ਐਡਾ ਪਵਿੱਤਰ ਹੋ ਗਿਆ ਕਿ ਇਸ ਦਾ ਹਿਰਦਾ ਮੰਦਰ ਬਣ ਗਿਆ, ਰਾਮ ਦਾ ਘਰ ਬਣ ਗਿਆ, ਪਰਮਾਤਮਾ ਦਾ ਘਰ ਬਣ ਗਿਆ। ਤੇ ਇਹ ਆਪਣੇ ਜੀਵਨ ਵਿੱਚੋਂ ਜਿਨ੍ਹਾਂ ਵਿਕਾਰਾਂ 'ਚ ਗਲਤਾਨ ਸੀ, ਉਹਨਾਂ ਵਿਕਾਰਾਂ ਤੋਂ ਬਚ ਗਈ। ਮਹਾਰਾਜ ਉਹ ਉਦਾਹਰਨ ਦੇ ਕੇ ਪ੍ਰੇਰਨਾ ਕਰ ਰਹੇ ਹਨ। ਕਹਿੰਦੇ ਜਿਹੇ ਸਿਮਰਤ ਗਨਕਾਸੀ ਉਧਰੀ, ਜੇ ਪਰਮਾਤਮਾ ਦਾ ਸਿਮਰਨ ਕਰਦੇ ਹਾਂ, ਗਨਕਾ ਵਿਕਾਰਾਂ ਵਿੱਚੋਂ ਡੁੱਬਣ ਤੋਂ ਬਚ ਗਈ। ਤਾਕੋ ਜਸ ਉਰ ਧਾਰੋ। ਸਤਿਗੁਰ ਕਹਿੰਦੇ ਹੈ ਭਾਈ, ਉਹਦੀ ਸਿਫਤ ਸਲਾਹ ਆਪਣੇ ਹਿਰਦੇ ਵਿੱਚ ਟਿਕਾਈ ਰੱਖ, ਉਸ ਪਰਮਾਤਮਾ ਦੀ ਸਿਫਤ ਸਲਾਹ ਆਪਣੇ ਹਿਰਦੇ ਵਿੱਚ ਵਸਾਈ ਰੱਖ, ਜੇ ਆਪਣੇ ਜੀਵਨ ਦਾ ਤੂੰ ਵੀ ਉਧਾਰ ਚਾਹੁੰਦਾ। ਯਾਦ ਕਰਨਾ, ਸਾਡੇ ਜੀਵਨ ਦੇ ਵਿੱਚ ਵੀ ਬਹੁਤ ਸਾਰੇ ਵਿਕਾਰ ਨੇ, ਬਹੁਤ ਸਾਰੀਆਂ ਵਾਸਨਾਵਾਂ ਨੇ, ਤੇ ਜੇ ਕੋਈ ਸਾਡੇ ਮੈਲੇ ਹਿਰਦੇ ਨੂੰ ਪਵਿੱਤਰ ਕਰ ਸਕਦਾ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਹੈ। ਇਹਨੂੰ ਸਤਿਗੁਰ ਕਹਿੰਦੇ ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਵ ਕਲਾ ਕਾ ਗਿਆਤਾ ਮਾਧੋ, ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ। ਸੱਚ ਜਾਣਨਾ ਸਾਡਾ ਹਿਰਦਾ ਪਾਪਾਂ ਨਾਲ ਭਰਿਆ ਹੋਇਆ ਹੈ, ਪਰ ਉਸ ਮਾਲਕ ਦੇ ਨਾਮ ਦੇ ਵਿੱਚ ਇਹ ਵਡਿਆਈ ਹੈ ਕਿ ਉਹ ਸਾਡੇ ਪਾਪੀਆਂ ਦੇ ਪਾਪ ਖੰਡਨ ਕਰ ਦਿੰਦਾ ਹੈ, ਸਾਨੂੰ ਵਿਕਾਰਾਂ ਵਿੱਚੋਂ ਬਚਾ ਲੈਂਦਾ ਹੈ। ਸਤਿਗੁਰ ਕਹਿੰਦੇ ਜਿਸ ਦਾ ਸਿਮਰਨ ਕਰਕੇ ਗਣਗਾ ਵਰਗੀ ਪਾਪਨ ਜਿਹੜੀ ਵਿਕਾਰਾਂ ਤੋਂ ਪਾਰ ਹੋ ਗਈ,
ਬਹੁ ਵਿਕਾਰਾਂ ਤੋਂ ਬਚ ਗਈ। ਉਸ परमात्मा ਦਾ ਜਸ, परमात्मा ਦੀ ਸਿਫਤਸਲਾ ਆਪਣੇ ਹਿਰਦੇ ਵਿੱਚ ਤੂੰ ਵੀ ਵਸਾਈ ਰੱਖ, ਤੂੰ ਵੀ ਵਿਕਾਰਾਂ ਤੋਂ ਬਚ ਜਾਏਗਾ, ਬੁਰਾਈਆਂ ਤੋਂ ਤੂੰ ਵੀ ਬਚ ਜਾਏਗਾ, ਪਾਪਾਂ ਤੋਂ ਤੂੰ ਵੀ ਬਚ ਜਾਏਗਾ। ਕਿਉਂਕਿ ਪਾਪ ਸਾਡੇ ਜੀਵਨ ਵਿੱਚ ਵੀ ਬਾਰ-ਬਾਰ ਸਾਨੂੰ ਪ੍ਰੇਰਨਾ ਕਰਦੇ, ਸਾਡੇ ਹਿਰਦੇ ਨੂੰ ਵੀ ਡੁਲਾਉਂਦੇ ਨੇ। ਇਸ ਕਰਕੇ ਗੁਰਦੇਵ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਆਖ ਰਹੇ ਨੇ, ਉਸ ਪਰਮਾਤਮਾ ਦਾ ਜਸ ਆਪਣੇ ਹਿਰਦੇ ਵਿੱਚ ਟਿਕਾ। ਫਿਰ ਅਗਲੇ ਵਚਨ ਕੀਤੇ, ਆਖਣ ਲੱਗੇ, ਉਸ ਨਾਮ ਦੇ ਵਿੱਚ ਕੀ ਤਾਕਤ ਹੈ। ਅਟਲ ਭਇਓ ਧਰੂ ਜਾ ਕੈ ਸਿਮਰਨ, ਅਰ ਨਿਰਭੈ ਪਦ ਪਾਇਆ। ਦੁਖ ਹਰਤਾ ਏ ਵਿਦ ਕੋ ਸੁਆਮੀ, ਤੈਂ ਕਾਹੇ ਵਿਸਰਾਇਆ। ਸਤਿਗੁਰੂ ਜੀ ਆਖਣ ਲੱਗੇ, ਹੈ ਭਾਈ, ਜਿਸ ਪਰਮਾਤਮਾ ਦਾ ਸਿਮਰਨ ਦੀ ਰਾਹੀਂ ਧਰੂ ਸਦਾ ਲਈ ਅਟਲ ਹੋ ਗਿਆ। ਧਰੂ ਦੀ ਕਥਾ ਵੀ ਭਾਈ ਗੁਰਦਾਸ ਜੀ ਨੇ ਲਿਖੀ ਹੈ ਵਾਰ 10 ਦੇ ਵਿੱਚ। ਇਹ ਰਾਜਾ ਉਥਾਨਪਾਦ ਦਾ ਪੁੱਤਰ ਸੀ, ਭਗਤ ਧਰੂ। ਤੇ ਇੱਕ ਦਿਨ ਕਹਿੰਦੇ ਨੇ ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲਿੱਤਾ। ਕਹਿੰਦੇ ਧਰੂ ਬੜਾ ਖੇਡ ਰਿਹਾ ਸੀ, ਖੇਡਦਾ ਖੇਡਦਾ ਹੱਸਦਾ ਹੋਇਆ ਬੜਾ ਪ੍ਰਸੰਨ ਹੋ ਕੇ ਆਪਣੇ ਘਰ 'ਚ ਆਇਆ। ਪਿਤਾ ਨੇ ਪਿਆਰ ਕੀਤਾ ਤੇ ਆਪਣੀ ਗੋਦ 'ਚ ਬਿਠਾ ਲਿਆ। ਧਰੂ ਹੱਸਦਾ ਘਰ ਆਇਆ, ਕਰ ਪਿਓ ਕੁਛੜ ਲਿੱਤਾ। ਤੇ ਮਤਰੇਈ ਮਾਂ ਆਈ, ਉਸਨੇ ਇਸ ਨੂੰ ਰਾਜਾ ਉਥਾਨਪਾਦ ਦੀ ਗੋਦ ਵਿੱਚੋਂ ਉਠਾਲ ਦਿੱਤਾ। ਤੈਨੂੰ ਇੱਥੇ ਬੈਠਣ ਦਾ ਕੋਈ ਅਧਿਕਾਰ ਨਹੀਂ ਹੈ। ਤੇ ਇਹ ਰੋਂਦਾ ਹੋਇਆ ਆਪਣੀ ਮਾਂ ਦੇ ਕੋਲ ਗਿਆ ਤੇ ਉਹਨੂੰ ਪੁੱਛਦਾ ਕਿ ਮਾਂ ਇੱਕ ਗੱਲ ਦੱਸ, ਮਾਂ ਤੂੰ ਸਵਾਨੀ ਹੈ ਕਿ ਸਰਿਤਾ, ਵੀ ਤੂੰ ਗੋਲੀ ਹੈ ਕਿ ਰਾਣੀ ਹੈ, ਇਹ ਦੱਸ। ਕਹਿਣ ਲੱਗੀ, ਪੁੱਤਰ ਵੈਸੇ ਜਨਮ ਕਰਕੇ ਮੇਰਾ ਜਨਮ ਵੀ ਰਾਜੇ ਦੇ ਘਰ ਹੋਇਆ, ਮੇਰਾ ਵਿਆਹ ਵੀ ਰਾਜੇ ਦੇ ਘਰ ਹੋਇਆ। ਮੈਂ ਜਨਮ ਕਰਕੇ ਰਾਣੀ ਹਾਂ, ਰਾਣੀ ਦੀ ਪੁੱਤਰੀ ਹਾਂ, ਰਾਜੇ ਨਾਲ ਵਿਆਹੀ ਹਾਂ, ਪਰ ਕਰਮਾਂ ਕਰਕੇ ਮੇਰੀ ਹਾਲਤ ਇਸ ਤਰ੍ਹਾਂ ਦੀ ਹੈ ਜਿਵੇਂ ਕੋਈ ਨੌਕਰਾਨੀ ਹੁੰਦੀ ਹੈ। ਮੇਰੇ ਕਰਮ ਬਹੁਤੇ ਅੱਛੇ ਨਹੀਂ ਹਨ। ਸਾਰੀ ਗੱਲਬਾਤ ਹੋਈ, ਚਰਚਾ ਹੋਈ ਪਿਆਰ ਵਾਲਿਓ। ਧਰੂ ਨੇ ਇੱਕ ਗੱਲ ਪੁੱਛੀ, ਮਾਂ ਇੱਕ ਗੱਲ ਦੱਸ ਮੈਨੂੰ, ਵੀ ਅੱਜ ਮੈਨੂੰ ਬੜਾ ਦੁੱਖ ਹੋਇਆ ਕਿ ਮੈਂ ਆਪਣੇ ਪਿਤਾ ਦੀ ਗੋਦ ਵਿੱਚ ਜਾ ਕੇ ਬੈਠਿਆ ਸੀ ਔਰ ਮਤਰੇਈ ਮਾਂ ਨੇ ਮੈਨੂੰ ਗੋਦ 'ਚੋਂ ਉਠਾਲ ਦਿੱਤਾ, ਮੈਨੂੰ ਬੜਾ ਦੁੱਖ ਹੈ। ਅਰੇ ਕਿ ਮੈਨੂੰ ਗੱਲ ਦੱਸ ਦੇ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਨ ਮਿੱਤਾ। ਮੈਂ ਕਿਹੜਾ ਉਦਮ ਕਰਾਂ ਜਿਹਦੇ ਨਾਲ ਮੈਨੂੰ ਰਾਜ ਪਾਠ ਮਿਲ ਜਾਏ, ਤੇ ਜਿਹੜੀ ਮਤਰੇਈ ਮਾਂ ਮੇਰੀ ਦੁਸ਼ਮਣ ਬਣੀ ਹੋਈ ਹੈ ਉਹ ਵੀ ਮਿੱਤਰ ਬਣ ਸਕੇ, ਮੈਂ ਉਹ ਕੀ ਕਰਾਂ। ਤੇ ਮਾਂ ਨੇ ਅੱਗੋਂ ਕਿਹਾ ਸੀ, ਪੁੱਤਰ ਪਰਮੇਸ਼ਰ ਆਰਾਧੀਏ, ਜਿੱਦੋਂ ਹੋਈ ਹੈ ਪਵਿੱਤਰ ਪੁਨੀਤਾ, ਤੂੰ ਰੱਬ ਨੂੰ ਆਰਾਧ, ਉਸਦੇ ਨਾਲ ਕਹਿੰਦੇ ਪਤਿਤ ਮਨੁੱਖ ਵੀ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ। ਸਤਿਗੁਰ ਕਹਿੰਦੇ ਨੇ, ਧਰੂ ਭਇਓ ਅਟਲ ਭਇਓ ਧਰੂ ਜਾ ਕੇ ਸਿਮਰਨ। ਕਹਿੰਦੇ ਨੇ ਮਾਂ ਦੀ ਗੱਲ ਸੁਣੀ, ਮਾਂ ਦੀ ਗੱਲ ਸੁਣ ਕੇ ਔਰ ਭਗਤੀ ਕਰਨ ਵਾਸਤੇ ਤੁਰ ਪਿਆ, ਜੰਗਲਾਂ ਵੱਲ ਚਲਾ ਗਿਆ। ਕਹਿੰਦੇ ਨਾਰਦ ਮੁਨੀ ਮਿਲਿਆ, ਇਹ ਕਥਾ ਲਿਖੀ ਹੋਈ ਹੈ। ਨਾਰਦ ਨੇ ਕਿਹਾ, ਪੁੱਤਰ ਬੜਾ ਛੋਟਾ ਹੈ ਔਰ ਉੱਥੇ ਜੰਗਲ 'ਚ ਜਾਨਵਰ ਹੁੰਦੇ ਨੇ, ਤੈਨੂੰ ਖਾ ਜਾਣਗੇ। ਉਹ ਕਹਿੰਦੇ ਨਹੀਂ, ਮੈਂ ਹੁਣ ਜਾ ਕੇ ਭਗਤੀ ਕਰਨੀ ਹੈ। ਵੀ ਇੱਕੋ ਹੀ ਤਰੀਕਾ ਹੈ ਕਿ ਮੇਰੀ ਮਾਂ ਨੇ ਕਿਹਾ ਵੀ ਪਰਮੇਸ਼ਰ ਨੂੰ ਆਰਾਧ ਲੈ, ਤੈਨੂੰ ਰਾਜ ਪਾਠ ਵੀ ਮਿਲ ਜਾਏਗਾ ਤੇ ਤੂੰ ਪਵਿੱਤਰ ਜੀਵਨ ਵਾਲਾ ਵੀ ਬਣ ਜਾਏਗਾ। ਇਸ ਕਰਕੇ ਮੇਰੀ ਮਾਂ ਨੇ ਜਿਹੜੀ ਗੱਲ ਆਖੀ ਹੈ ਮੈਨੂੰ ਚੰਗੀ ਲੱਗੀ, ਹੁਣ ਭਾਵੇਂ ਜੋ ਮਰਜ਼ੀ ਹੋਵੇ ਮੈਂ ਭਗਤੀ ਕਰਾਂਗਾ। ਕਹਿੰਦੇ 5 ਸਾਲ ਦਾ ਧਰੂ ਜੰਗਲ ਵਿੱਚ ਚਲਾ ਗਿਆ, ਐਡੀ ਭਗਤੀ ਕੀਤੀ, ਐਡੀ ਭਗਤੀ ਕੀਤੀ ਕਿ ਉਸਨੂੰ ਅਟਲ ਰਾਜ ਹਾਸਲ ਹੋ ਗਿਆ। ਗੁਰੂ ਸਾਹਿਬ ਅਟਲ ਇਸ ਤਰ੍ਹਾਂ ਵੀ ਕਹਿ ਰਹੇ ਨੇ ਕਿਉਂਕਿ ਧਰੂ ਨਾਮ ਦਾ ਇੱਕ ਤਾਰਾ ਹੈ। ਜਦੋਂ ਕੋਈ ਧਰੂ ਭਗਤ ਦੀ ਗੱਲ ਕਰਦਾ ਸੀ, ਕਹਿੰਦੇ ਉਹ ਸਾਹਮਣੇ ਧਰੂ ਤਾਰੇ ਨੂੰ ਕਹਿੰਦਾ ਸੀ, ਦੇਖ ਉਹ ਭਗਤ ਧਰੂ ਹੈ ਜਿਹਦੇ ਨਾਂ ਤੇ ਇੱਕ ਤਾਰਾ ਜਿਹੜਾ ਅਟਲ ਹੋ ਗਿਆ। ਪਾਓ ਕਿ ਹਮੇਸ਼ਾ ਜਦੋਂ ਚਰਚਾ ਕੋਈ ਚੱਲਦੀ ਸੀ, ਕਹਿੰਦੇ ਉਹ ਸਾਹਮਣੇ ਧਰੂ ਤਾਰਾ, ਉਹ ਇਸ ਤਰ੍ਹਾਂ ਜਿਵੇਂ ਧਰੂ ਭਗਤ ਹੈ ਜਿਸਨੇ ਐਡੀ ਤਪੱਸਿਆ ਕੀਤੀ, ਐਸੀ ਐਡੀ ਬੰਦਗੀ ਕੀਤੀ, ਉਸ ਬੰਦਗੀ ਦੇ ਸਦਕਾ ਕਹਿੰਦੇ ਧਰੂ ਅਟਲ ਹੋ ਗਿਆ। ਵੈਸੇ ਵੀ ਯਾਦ ਰੱਖਣਾ, ਬੰਦਗੀ ਵਾਲੇ ਹੀ ਸੰਸਾਰ 'ਚ ਰਹਿੰਦੇ ਹੈ। ਬੰਦਗੀ ਤੋਂ ਬਿਨਾਂ ਕਿਤਨੇ ਲੋਕ ਆਏ, ਕਿਤਨੇ ਸੰਸਾਰ ਤੋਂ ਚਲੇ ਗਏ, ਉਹਨਾਂ ਦੀ ਕੋਈ ਹੋਂਦ ਨਹੀਂ ਹੈ। ਪਰ ਧਰੂ ਤੇ ਭਗਤ ਕਦੋਂ ਦੇ ਹੋਏ, ਪਰ ਸੱਚ ਜਾਣਨਾ ਅੱਜ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਭਗਤ ਕਬੀਰ ਸਾਹਿਬ ਜੀ ਨੂੰ ਕਿਸੇ ਨੇ ਪੁੱਛਿਆ ਸੀ ਵੀ ਜੇ ਤੁਹਾਨੂੰ ਪੁੱਛਿਆ ਜਾਏ ਤੁਸੀਂ ਕਿਸ ਦੀ ਰੀਸ ਕਰੋਗੇ,
ਤੇ ਆਖਿਰਕਾਰ ਲੋਕ ਕਹਿੰਦੇ ਨੇ ਅਸੀਂ ਵੱਡਿਆਂ ਦੀ ਰੀਸ ਕਰਨੀ ਹੈ। ਭਗਤ ਕਬੀਰ ਸਾਹਿਬ ਕਹਿੰਦੇ ਨਹੀਂ, ਆਖਣ ਲੱਗੇ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਮੈਂ ਵੱਡਿਆਂ ਦੀ ਰੀਸ ਨਹੀਂ, ਸਗੋਂ ਧਰੂ ਤੇ ਪ੍ਰਹਲਾਦ ਵਾਂਗ ਨਾਮ ਜਪਾਂਗਾ, ਜਿਨ੍ਹਾਂ ਨੇ 5-5 ਸਾਲਾਂ ਦੀ ਉਮਰ ਦੇ ਵਿੱਚ ਉਸ ਪਰਮੇਸ਼ਰ ਨੂੰ ਆਰਾਧ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ, ਜਿਨ੍ਹਾਂ ਦਾ ਜੀਵਨ ਅਟਲ ਹੋ ਗਿਆ। ਭਗਤੀ ਦੇ ਮਾਮਲੇ ਵਿੱਚ ਭਗਤ ਕਬੀਰ ਸਾਹਿਬ ਕਹਿੰਦੇ ਮੈਂ ਛੋਟਿਆਂ ਦੀ ਰੀਸ ਕਰਾਂਗਾ ਜਿਨ੍ਹਾਂ ਨੇ ਭਗਤੀ ਕੀਤੀ। ਨਹੀਂ ਤਾਂ ਲੋਕ ਕਹਿੰਦੇ ਨੇ ਅਸੀਂ ਵੱਡਿਆਂ ਦੀ ਰੀਸਾਂ ਕਰਦੇ ਹਾਂ। ਭਗਤ ਕਬੀਰ ਸਾਹਿਬ ਕਹਿੰਦੇ ਨਹੀਂ, ਜਿਨ੍ਹਾਂ ਨੇ ਭਗਤੀ ਕੀਤੀ ਰੀਸ ਉਹਨਾਂ ਦੀ। ਕਿਉਂਕਿ ਇੱਥੇ ਤਾਂ ਸੱਚ ਜਾਣਨਾ, ਗੁਰੂ ਮਹਾਰਾਜ ਕਹਿੰਦੇ ਨਾਹੂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ, ਪ੍ਰਣਵਤ ਨਾਨਕ ਤਿਨ ਕੀ ਸਰਨਾ, ਜਿਨ ਤੋਂ ਨਾਹੀਂ ਵਿਸਰਿਆ। ਜਿਨ੍ਹਾਂ ਨੂੰ ਰੱਬ ਨਹੀਂ ਭੁੱਲਿਆ, ਸਤਿਗੁਰ ਕਹਿੰਦੇ ਮੈਂ ਉਹਨਾਂ ਦੀ ਸ਼ਰਨ ਵਿੱਚ ਹਾਂ। ਜਿਨ੍ਹਾਂ ਨੂੰ ਪਰਮਾਤਮਾ ਚੇਤੇ ਹੈ, ਜਿਨ੍ਹਾਂ ਨੂੰ ਮੇਰਾ ਪ੍ਰਭੂ ਚੇਤੇ ਹੈ, ਵਾਹਿਗੁਰੂ ਚੇਤੇ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਦੇਖੋ, ਭਗਤ ਧਰੂ ਅਟਲ ਹੋ ਗਿਆ ਪਰਮਾਤਮਾ ਦੀ ਭਗਤੀ ਕਰਕੇ, ਉਸਦਾ ਨਾਮ ਜਪ ਕੇ। ਤੇ ਮਰ ਕਹਿੰਦੇ ਅਰ ਨਿਰਭੈ ਪਦ ਪਾਇਆ, ਉਸਨੇ ਨਿਰਭੈਤਾ ਦਾ ਆਤਮਿਕ ਦਰਜਾ ਜਿਹੜਾ ਸੀ ਉਹ ਹਾਸਲ ਕਰ ਲਿਆ। ਕਿਉਂਕਿ 5 ਸਾਲ ਦੀ ਉਮਰ ਵਿੱਚ ਧਰੂ ਜਿਹੜਾ ਸੀ ਭਗਤੀ ਕਰਕੇ ਨਿਡਰ ਹੋ ਗਿਆ, ਉਹਦੇ ਜੀਵਨ ਦੇ ਸਾਰੇ ਡਰ ਮੁੱਕ ਗਏ। ਜਿੱਥੇ ਬੱਚਾ ਜ਼ਿਆਦਾ ਡਰਦਾ ਨਾ, ਜਵਾਨ ਵੀ ਡਰਦਾ, ਬਿਰਧ ਵੀ ਡਰਦਾ। ਤੇ ਭਗਤ ਧਰੂ ਤਾਂ ਬਚਪਨ ਦੇ ਵਿੱਚ ਹੀ ਨਾਮ ਜਪ ਕੇ ਉਹਦੇ ਸਾਰੇ ਡਰ ਮੁੱਕ ਗਏ, ਜੀਵਨ 'ਚ ਨਿਰਭੈ ਪਦ ਹਾਸਲ ਹੋ ਗਿਆ। ਔਰ ਗੁਰੂ ਸਾਹਿਬ ਜੀ ਦੇ ਘਰ ਵਿੱਚ ਪਿਆਰਿਓ ਮੰਗ ਵੀ ਇਹੀ ਹੈ। ਮਹਾਰਾਜ ਕਹਿੰਦੇ ਭਇਓ ਕਿਰਪਾਲ ਦੀਨ ਦੁਖ ਭੰਜਨ, ਹੇ ਦੀਨਾਂ ਤੇ ਦੁਖ ਭੰਜਨ ਵਾਲੇ ਪਰਮਾਤਮਾ, ਵੀ ਜੋ ਮੈਂ ਤੇਰੀ ਸ਼ਰਨ 'ਚ ਆਇਆ, ਤੂੰ ਕਿ ਕਿਰਪਾ ਕਰ। ਉੱਥੇ ਮਹਾਰਾਜ ਇੱਕ ਦਾਨ ਮੰਗਦੇ ਨੇ, ਕਹਿੰਦੇ ਅਭੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਮਹਾਰਾਜ ਕਹਿੰਦੇ ਅਭੈ ਪਦ ਦਾਨ ਮੇਰੀ ਝੋਲੀ ਵਿੱਚ ਪਾ ਦੇ, ਪਰਮੇਸ਼ਰ ਦਾ ਸਿਮਰਨ ਦੀ ਦਾਤ ਮੈਨੂੰ ਬਖਸ਼ਿਸ਼ ਕਰ ਦੇ। ਇਹ ਮੈਨੂੰ ਚਾਹੀਦਾ ਹੈ ਕਿ ਤੇਰੇ ਕੋਲੋਂ ਮੈਂ ਅਭੈ ਪਦ ਦਾਨ ਪ੍ਰਾਪਤ ਕਰਨਾ ਚਾਹੁੰਦਾ। ਅਭੈ ਪਦ ਦਾਨ ਅਸਲ ਵਿੱਚ ਜਿਹੜਾ ਭਗਤੀ ਕਰੇਗਾ ਨਿਰਭੈ ਉਹੀ ਹੋਏਗਾ, ਨਹੀਂ ਤਾਂ ਹਰ ਇੱਕ ਮਨੁੱਖ ਡਰਿਆ ਹੋਇਆ। ਜਿਹੜਾ ਪਾਪ ਕਰੇਗਾ ਉਹ ਕਦੀ ਨਿਡਰ ਨਹੀਂ ਹੋ ਸਕੇਗਾ, ਕਿਉਂਕਿ ਪਾਪ ਮਨੁੱਖ ਨੂੰ ਡਰਾਉਂਦੇ ਨੇ। ਪਾਪ ਮਨੁੱਖ ਨੂੰ ਹਰ ਵੇਲੇ ਡਰਾਉਂਦੇ ਨੇ, ਦਿਨ ਵੀ ਡਰਾਉਂਦੇ ਨੇ, ਰਾਤ ਨੂੰ ਵੀ ਡਰਾਉਂਦੇ ਨੇ। ਹਰ ਵੇਲੇ ਪਾਪੀ ਮਨੁੱਖ ਡਰਿਆ ਰਹਿੰਦਾ ਵੀ ਕਿਤੇ ਮੇਰੇ ਪਾਪਾਂ ਦਾ ਪਤਾ ਨਾ ਚੱਲ ਜਾਏ, ਵੀ ਜਿਹੜੇ ਪਾਪ ਮੈਂ ਕਰਦਾ ਹਾਂ। ਜਿਹੜਾ ਪਾਪ ਤੋਂ ਉਪਰਾਮ ਹੈ ਨਾ, ਉਹਦੇ ਜੀਵਨ ਵਿੱਚ ਨਿਡਰਤਾ ਆਉਂਦੀ ਜੇ। ਇਸ ਕਰਕੇ ਸਤਿਗੁਰ ਨੇ ਗਰੀਬ ਨਿਵਾਜ ਪਾਤਸ਼ਾਹ ਨੇ ਕਿਹਾ, ਸੋ ਡਰੈ ਜੇ ਪਾਪ ਕਮਾਉਂਦਾ ਧਰਮੀ ਵਿਕਸਿਤ। ਉਹ ਡਰਦਾ ਜਿਹੜਾ ਪਾਪ ਕਰਦਾ, ਜਿਹੜਾ ਧਰਮ ਕਰਦਾ ਉਹ ਪ੍ਰਸੰਨ ਰਹਿੰਦਾ। ਹੁਣ ਧਰੂ ਜਿਹੜਾ ਸੀ ਸਿਮਰਨ ਕਰ ਕਰਕੇ ਨਿਰਭੈ ਪਦ ਹਾਸਲ ਕਰ ਲਿਆ, ਪਾਓ ਕਿ ਜੀਵਨ ਦੇ ਸਾਰੇ ਡਰ ਖਤਮ ਹੋ ਗਏ। ਕਿਉਂ? ਕਿਉਂਕਿ ਅੰਦਰ ਕੋਈ ਪਾਪ ਨਹੀਂ ਰਿਹਾ। ਡਰ ਉਦੋਂ ਹੀ ਹੋਏਗਾ ਜਦੋਂ ਸਾਡੇ ਅੰਦਰ ਕੋਈ ਪਾਪ ਹੋਏਗਾ। ਪਾਪ ਹੀ ਬੰਦੇ ਨੂੰ ਡਰਾਉਂਦਾ ਹੈ। ਜਦੋਂ ਪਾਪ ਹੀ ਜੀਵਨ 'ਚੋਂ ਮੁੱਕ ਗਿਆ, ਫਿਰ ਯਾਦ ਰੱਖਣਾ ਕਦੀ ਜੀਵਨ 'ਚ ਡਰ ਨਹੀਂ ਰਹਿੰਦਾ। ਇਸ ਕਰਕੇ ਗੁਰਦੇਵ ਪਿਤਾ ਆਖ ਰਹੇ ਨੇ, ਕਹਿੰਦੇ ਤੁਸੀਂ ਵੀ ਉਸ ਪਰਮਾਤਮਾ ਦੀ ਬੰਦਗੀ ਕਰੋ ਜਿਵੇਂ ਧਰੂ ਨੇ ਪਰਮਾਤਮਾ ਦਾ ਨਾਮ ਜਪ ਕੇ ਨਿਰਭੈ ਪਦ ਉੱਚੀ ਆਤਮਿਕ ਅਵਸਥਾ ਜਿਹੜੀ ਸੀ ਉਹ ਹਾਸਲ ਕਰ ਲਈ। ਤੇ ਨਾਨਕ ਕਹਿਣ ਲੱਗੇ, ਕਹਿੰਦੇ ਦੁੱਖ ਹਰਤਾ ਇਹ ਵਿਦ ਕੋ ਸੁਆਮੀ, ਤੈਂ ਕਾਹੇ ਵਿਸਰਾਇਆ। ਸਤਿਗੁਰ ਕਹਿਣ ਲੱਗੇ, ਤੂੰ ਪਰਮਾਤਮਾ ਨੂੰ ਕਿਉਂ ਭੁਲਾਇਆ ਹੋਇਆ, ਤੂੰ ਰੱਬ ਨੂੰ ਕਿਉਂ ਵਿਸਾਰਿਆ ਹੋਇਆ। ਉਹ ਤਾਂ ਇਸ ਤਰ੍ਹਾਂ ਦਾ ਦੁੱਖ ਨਾਸ਼ ਕਰਨ ਵਾਲਾ, ਜਿਵੇਂ ਧਰੂ ਦਾ ਦੁੱਖ ਨਾਸ਼ ਕੀਤਾ। ਕਿੰਨਾ ਵੱਡਾ ਦੁੱਖ ਸੀ, ਇਹਨੂੰ ਬਚਪਨ ਦੇ ਵਿੱਚ ਹੀ ਪਿਤਾ ਦੀ ਗੋਦ ਵਿੱਚੋਂ ਉਠਾ ਦਿੱਤਾ ਗਿਆ ਹੋਵੇ, ਕਿੰਨਾ ਵੱਡਾ ਸਦਮਾ ਹੋਏਗਾ। ਸਤਿਗੁਰ ਕਹਿੰਦੇ ਕਿੰਨਾ ਵੱਡਾ ਦੁੱਖ ਸੀ, ਪਰ ਇੰਨੇ ਵੱਡੇ ਦੁੱਖ ਨੂੰ ਵੀ ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਦੂਰ ਕਰ ਸਕਦਾ। ਇਹ ਕੋਈ ਛੋਟੀ ਮੋਟੀ ਗੱਲ ਨਹੀਂ ਸੀ ਕਿ ਪਿਤਾ ਦੀ ਗੋਦ ਵਿੱਚ ਬੱਚਾ ਆ ਕੇ ਬੈਠਿਆ ਹੋਵੇ ਤੇ ਮਤਰੇਈ ਮਾਂ ਨੇ ਉਸ ਨੂੰ ਉਠਾਲ ਦਿੱਤਾ ਹੋਵੇ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਦੇਖ ਉਸ ਪਰਮਾਤਮਾ ਦਾ ਸਿਮਰਨ ਕੀਤਾ। ਇਸ ਤਰ੍ਹਾਂ ਦਾ ਦੁੱਖ ਵੀ ਉਸਦੇ ਜੀਵਨ ਵਿੱਚੋਂ ਨਾਸ਼ ਕਰਨ ਵਾਲਾ ਪਰਮਾਤਮਾ ਦਾ ਨਾਮ, ਤੇ ਤੂੰ ਉਸ ਪਰਮਾਤਮਾ ਨੂੰ ਕਿਉਂ ਭੁਲਾਇਆ। ਦੁੱਖ ਹਰਤਾ ਇਹ ਵਿਦ ਕੋ ਸੁਆਮੀ, ਤੈਂ ਕਾਹੇ ਵਿਸਰਾਇਆ। ਹੇ ਮੇਰੇ ਮਨਾ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਕਿਉਂ ਭੁਲਾਇਆ। ਜੇ ਸਾਨੂੰ ਕੁਝ ਭੁੱਲਿਆ ਨਾ, ਤਾਂ ਇੱਕ ਰਾਮ ਹੀ ਭੁੱਲਿਆ। ਮਹਾਰਾਜ ਕਹਿੰਦੇ ਸਭ ਕੁਛ ਆਪਣਾ, ਇੱਕ ਰਾਮ ਪਰਾਇਆ। ਸਭ ਕੁਝ ਅਸੀਂ ਆਪਣਾ ਮੰਨੀ ਬੈਠੇ ਹਾਂ, ਇੱਕ ਰੱਬ ਨੂੰ ਆਪਣਾ ਨਹੀਂ ਮੰਨਦੇ। ਬਾਕੀ ਸਾਰੀਆਂ ਚੀਜ਼ਾਂ ਆਪਣੀਆਂ ਮੰਨੀ ਬੈਠੇ ਹਾਂ, ਘਰ, ਕਾਰੋਬਾਰ, ਸਭ ਕੁਝ, ਸਰੀਰ, ਤਨ, ਸੰਪਦਾ, ਜੋ ਵੀ ਕੁਝ ਸਾਡੇ ਕੋਲ ਹੈ, ਅਸੀਂ ਕਹਿੰਦੇ ਮੇਰੀ ਹੈ।
पर जो साडा अपना है, साधु कहने उसनों तू पराया समझी बैठा है। सब कुछ अपना, एक राम पराया। वाहिगुरु जिहड़ा है वो तेरे वास्ते पराया है। तू सोच के देख, तो उस रब नूं क्यों विसारिया है? जिस रब ने ध्रुव नूं जीवन दान दिता, जिस परमात्मा दे नाम ने गनका वर्गे पापन का उद्धार किया, तू क्यों विसारिया होया है? फिर कहन लगे, जब ही शरण गही कृपा निध, गज गराह ते टूटा, गज गरा ते छूटा। सतगुरु कहने जदों गज कहने ने हाथी ने कृपा दे समुंदर परमात्मा का आसरा लिया। तो एक गाथा जुड़ी हुई है कि जिहड़ा हाथी सी ना, कहते एक बारी इसनूं तेंदुए ने फड़ लिया। वैसे कथा इस तरह लिखी है कि एक गंधर्व सी, शराब के कारण वो हाथी की जून विच पै गया। गंधर्व हुंदे ने जिहड़े कि गाउण वाले हुंदे ने, जो देवतियां दे रागी हुंदे ने या दैतां दे रागी। कहंदे किसी का शराब मिलिया उसनूं गंधर्व नूं, और वह हाथी की जून चला गया। जदों ये वरुण के तलाब दे विच वड़िया, वरुण नाम के तलाब दे विच, उस वेले नूं तेंदुए ने फड़ लिया और छड्डे ना हाथी नूं। ते उस वेले कहने हाथी ने उस परमात्मा के नाम नूं जपिया, ते उसके शिकंजे विचों, तेंदुए के पंजे विचों ये बच के निकल गया। सतगुरु जी ने जिहड़ी गाथावां उस वेले चल रही सन ना, जिहड़ी गल्लां प्रचलित सन, सतगुरु जी ने उन्होंने जोड़ के सानू समझाया कि सानू नाम जपना कितना जरूरी है। नाम नाल जुड़िया असीं विकारां तो बच सकते हैं, नाम नाल जुड़िया असीं दुखां तो बच सकते हैं। नाम का आसरा लिया जीवन दे विचों आनंद की प्राप्ति हो सकती है। तो सतगुरु इत्थे कहन लगे, कहंदे देख जदों दी शरण गई कृपा दे खजाने परमात्मा वाहिगुरु जी दी, कहंदे एक हाथी भी तेंदुए दे पंजे विचों छुड़ गया। इत्थे ही बस नहीं मार, कहंदे महिमा नाम कहाँ लो वरनो, राम कहत बंधन ते टूटा। महाराज कहन लगे मैं कित्थों तक परमात्मा दे नाम की वडियाई दसां कि मेरे मालक दे नाम च कितनियां वडियाइयां ने, मेरे मालक दे नाम विच कितनी ताकत है। मेरे सतगुरु कहने मैं कित्थे तक बयान करा। परमात्मा का नाम उचार के हाथी दे बंधन टुट गए, तेरे क्यों नहीं टुटणगे? जे हाथी मुक्त हो सकता है तो क्यों नहीं मुक्त होवेगा? क्योंकि नाम की महिमा, सतगुरु जी कहते महिमा साधु संग की, सुनो मेरे मीता, मैल खोई कोट अग हरे निर्मल पहे चीता। ऐसी महिमा है उस परमात्मा के नाम की। उस नाम दे विच एडी ताकत है। सतगुरु आखदे ने कि देख जे नाम कोई जप लवे ना, तो एक कीड़ी भी हाथी नूं जित सकती है। नाम च एडी ताकत है, परमात्मा की बंदगी एडी ताकत है। पिंगल पर्वत पार परे खल चतर वकीता, अंधले त्रिभुवन सूझिया गुर भेट पुनीता। सदु कहते गुरु नूं भेट मिलन की महिमा, नाम नाल जुड़न की महिमा। एक पिंगला कहते पहाड़ ते चढ़ सकता जिहदे कोल लत्तां नहीं हैं। पिंगल पर्वत पार परे, वो पार हो सकता है पहाड़ नूं भी। खल चतुर वकीता, एक खल जिन्हों लोग मूर्ख कहते हैं, वो सियाणा वक्ता बन सकता है नाम नाल जुड़ के। अंधले त्रिभुवन सोझे, जिहदे कोल अखां नहीं ना, जे वो नाम जप लवे तो तिन्ने भवनां की सोझी हो जाती है। यह है नाम की बरकत। और सच है प्यारिओ कि नाम जपण वालियां नूं ये अंदरों चानन मिल जाता है। एक बारी दास चंडीगढ़ किसी गुरमुख नूं मिलन गया, वो सूरमा सी। रब ने एडा चानन बख्शिया कि मेरे मित्र मैनू लैके गए सन, कहते तुसीं वेखना महाराज ने कितना उन्होंने प्रताप दिता है। अन्ने मनुख नूं कुछ दिखाई नहीं देता, पर मैं वो सूरमा देखा रब का प्यारा, जिन्हों सब कुछ दिखाई देता। साढ़े नालों बड़ियां अखां रब ने उन्होंने दित्तियां। तो जाके फतेह बुलाई, मैं पिछे सी, वो अगे जाके फतेह बुलाई, पैरी पैना किया। बड़ा जुड़ी हुई रूह सी उस गुरमुख सज्जन ने। प्यार वालों सच जानना उसने पहचान लिया, जो कि मैं काफ़ी पिछे सी। कहते तेरे नाल कोई होर भी आया? कहते हाँ मेरे मित्र ने, दिल्ली तो आए ने, लैके चले गए
नमस्कार हुई, फतेह बुलाई, फतेह की सांझ हुई। बैठिया प्रसादा पानी छकाया उन्होंने बड़े प्यार नाल। उसने कहा, असी कहा भी असी चले हुण, तो कहन लगे मैं भी चलना थोड़े नाल। तो जिहड़े मेरे साथी सन वो स्कूटर लैके गए सन। कहते असी दो जने अगे ही हैगे ने। कहते कोई नहीं, आपां नूं कोई नहीं रोकदा। तीजा मैनू बिठा लो नाल कि मैं फलानी थां ते जाना। तो वो कहन लगे भी मैं तो उस पासे का रस्ता कोई नहीं वेख्या। तुसीं हैरान होवोगे, जिहड़ा पिछे सूरमे सिंह बैठे सी ना, वो रागी सन, कीर्तन करते सन, बड़ी भजन बंदगी वाली रूप। कहन लगे रस्ता मैं दसांगा। हुण एक बंदे कोल अखां नहीं है, सूरमा बंदा है, कहंदा रस्ता मैं दसांगा। मैं तो बड़ा ही हैरान होया। और हैरानी की गल, मेरे पिछे बैठे सन असी जो एक सैक्टर कई सैक्टरां च जांदे, हर एक रस्ता कि इत्थों लैफ्ट लै लो, इत्थों राइट लै लो। सानूं पता नहीं उन्हां रस्तियां दा। उत्थे जाके जिथे उन्होंने पहुँचना सी, किहनूं संगीत की क्लास देनी सी, उत्थे जाके कहंदे इत्थे रुक जाओ, सामने घर है। मैं कि धन है, मैं कि तुहाडे वर्गे चरनां दी धूड़ लैनी चाहिदी है। मैं कि तुहाडे कोल लोग कहंदे ने बंदा सूरमा, मैं कि साडे नालों चंगियां अखां वाहिगुरू ने तुहानूं दित्तियां। उचारण करो सतनाम। मैं कि एडियां अखां दित्तियां रब ने। मैं कि यह सारा प्रताप कित्थों? कहना तुसीं बाणी दी तुक पढ़ी ना, अंधले त्रिभवन सूझिया गुर भेट पुनीता। कहंदे उत्थों ही मिलिया सारा। मैं अन्ने नूं तिन्ने भवनां दी सोझी किन्ने दित्ती? कहंदे गुरु ने, परमात्मा दे नाम ने, उसकी भजन बंदगी ने। और इहदे विच कोई अनकथनी नहीं। मैं बेनती करां कि जिहड़ा नाम नाल जुड़ जाता है, मालिक ने जिस नीच को कोई ना जाना है, नाम जपत ओ चौकुंट माना है, दर्शन मांगो देह प्यारे, तेरी सेवा कौन कौन ना तारे। उसकी सेवा करके केड़ा केड़ा नहीं तरिया। जिहड़ा कहंदा ना मैनूं कोई जानता नहीं, कोई पहचानता नहीं, सच जानना जे वो नाम नाल जुड़ जाता है, सारे संसार विच जानिया भी जाता है, सारे संसार विच उसकी पहचान भी हो जाती। नाम च एडी ताकत है। जिहड़ा बंदा कहंदा मैं नीवा, मैं लतड़िया पछड़िया होया, मैनू कौन जानता है, मैनू संसार दुरकारदा है। सतगुर की बाणी कहती है, जिन्होंने संसार दुरकारदा है, जे वो नाम नाल जुड़ जाए तो संसार उन्होंने वध सत्कारदा है। भगत रविदास जी ने अपनी बाणी च जिक्र किया कि जिहड़े पंडित ने ना, पंडित भी आके कहंदे मैनू डंडोत करते हैं। कांसी के ब्राह्मण भी कहंदे डंडोत करते हैं। पुछया किवें? कहंदे जदों तो परमात्मा नाल सुरत जुड़ी है ना, ये पंडित भी आके मेरे चरनी पैंदे ने। पहलां कहंदे सी सुधर सुधर करके मारदे सन, कुटदे सन, पर जिस नाल तो नाम नाल जुड़िया ना, ये भी आके पंडित डंडोत करते मेरे चरनां च। और इस करके उन्होंने एक बड़ी प्यारी गल आखी अपनी बाणी च, कहन लगे ऐसी लाल तुझ बिन कौन करे, गरीब निवाज गुसैया मेरा माथे छतर धरे, जाके छो जगत को लागे तां पर तू ही ठहरै, नीचा ऊंच करे मेरा गोविंद काहू ते ना डरै। वो नीचे नूं ਉੱਚਾ कर दिंदा, वो किसी कोलों नहीं डरदा। नाम देव भगत त्रिलोचन सदना सहन तरह, कह रविदास सुनो रे संतो, हर जियो ते सवै सरै। कहंदे ने हरि परमात्मा तो सरना तुहाडा सारिਆਂ ਦਾ। ਉਹਦੇ नाम च एडी बरकत है, नाम च एडी ताकत है। धन गुरु तेग बहादुर महाराज कहंदे देख मैं उस परमात्मा दे नाम नूं सिखा, कित्थे तक वर्णन करां, उसदी वडियाई की दसां तैनूं। फिर अगे वचन करदे ने सतगुरु, आखन लगे अजामल पापी जग जाने, निमख माहे निस्तारा, नानक कहत चेत चिंता मन, तै भी उतरस पारा। आखन लगे सतगुरु जी अजामल पापी जग जाने। अजामल ये रहन वाला सी कन्नौज का एक ब्राह्मण सी, पंडित सी, पर हैगा सी बेसवागामी। अजामल पापी जग जाने। किसी महात्मा के कहण तो इसके घर विच पुत्र होना सी, ते जदों पुत्र होया महात्मा ने कहा अपने पुत्र का नाम नारायण रख लै। अजामल ने उस महात्मा की गल मान ली, अपने पुत्र का नाम नारायण रख लिया। नारायण अपने पुत्र का नाम उचारदा उचारदा एक दिन नारायण के नाल मन जुड़ गया। इस करके देखो पुरातन जिहड़े नाम हुंदे सन वो नाम सिੱਖੀ नाल जुड़े हुए होया करते सन। अजे तो असीं तो बच्चों के नाम रखते ना, कई बार बड़ी देखण नूं आउंदा कि जिवें कि चिंकू मिंकू किदां दे जिवें बच्चों को कुत्ते पिल्लां दे नाम रखे हुंदे सी बच्चों के। पुरातन समा सी जदों बच्चों के नाम एडे चंगे हुंदे सी कि उन्हां दा नाम लईए तो रब चेते आउंदा सी।
ਨਾਮ ਲਈਏ ਤੇ ਗੁਰੂ ਚੇਤੇ ਆਉਂਦਾ ਸੀ। ਪਰ ਹੁਣ ਨਾਮ ਅਸੀਂ ਕਿੱਦਾਂ ਦੇ? ਕਹਿੰਦੇ ਨੇ ਇਸਨੇ ਨਾਰਾਇਣ ਆਪਣੇ ਪੁੱਤਰ ਨੂੰ ਉਚਾਰਨ ਆਵਾਜ਼ ਮਾਰਨੀ, ਨਾਰਾਇਣ ਬੇਟਾ ਮੈਨੂੰ ਪਾਣੀ ਲੈ ਕੇ ਆ, ਨਾਰਾਇਣ ਪੁੱਤਰ ਇਹ ਕੰਮ ਕਰ। ਕਹਿੰਦੇ ਨਾਰਾਇਣ ਆਖਦਿਆਂ ਕਹਿੰਦੇ ਇਹ ਜੀਵਨ ਵਿੱਚ ਇਸ ਦਾ ਬਦਲਾਵ ਹੁੰਦਾ ਚਲਾ ਗਿਆ। ਇੱਕ ਦਿਨ ਨਾਰਾਇਣ ਨਾਰਾਇਣ ਕਹਿੰਦੇ ਆ, ਪੁੱਤਰ ਦਾ ਨਾਮ ਲੈਂਦੇ ਆ, ਸੱਚੇ ਨਾਰਾਇਣ ਦੇ ਨਾਲ ਇਸ ਦਾ ਮਨ ਜੁੜ ਗਿਆ। ਕਹਿੰਦੇ ਉਸ ਪਰਮਾਤਮਾ ਨਾਲ ਸਾਂਝ ਬਣ ਗਈ। ਤਾਂ ਹੀ ਤਾਂ ਸਤਿਗੁਰ ਸਾਨੂੰ ਵੀ ਆਖਦੇ ਨੇ, ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਣ ਅਬਨਾਸੀ ਖੇਮ ਚਾਹੈ, ਜੇ ਨਾਨਕ ਸਦਾ ਸਿਮਰ ਨਾਰਾਇਣ। ਰੱਬ ਨੂੰ ਸਿਮਰਿਆ ਕਰ ਜੇ ਅਬਨਾਸੀ ਖੇਮ, ਅਬਨਾਸੀ ਸੁਖ ਚਾਹੁੰਦੇ ਤੂੰ। ਵਾਹਿਗੁਰੂ ਨੂੰ ਜਪ ਕੇ ਅਬਨਾਸੀ ਸੁਖ ਦੀ ਪ੍ਰਾਪਤੀ ਹੋਣੀ ਹੈ। ਇਸ ਕਰਕੇ ਸਾਹਿਬ ਇੱਥੇ ਸਾਨੂੰ ਕਿਰਪਾ ਕਰਕੇ ਸਮਝਾਉਣ ਲੱਗੇ ਕਿ ਅਜ਼ਾਮਲ ਵਰਗਾ ਪਾਪੀ ਵੀ ਜਿਹਨੂੰ ਜਗਤ ਜਾਣਦਾ ਹੈ, ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਇੱਕ ਨਿਮਖ ਦੇ ਅੰਦਰ ਉਹਦਾ ਨਾਮ ਜਪ ਕੇ ਨਿਸਤਾਰਾ ਹੋ ਗਿਆ, ਪਾਓ ਕਿਸ ਪਾਪ ਕਰਮ ਤੋਂ ਬਚ ਗਿਆ। ਨਾਨਕ ਕਹਿਤ ਚੇਤ ਚਿੰਤਾ ਮਨ, ਨਾਨਕ ਆਖਦਾ ਹੈ ਹੇ ਭਾਈ ਉਸ ਚਿੰਤਾ ਮਨ ਪਰਮਾਤਮਾ ਨੂੰ ਪਾਓ ਕਿ ਉਹ ਮਨੀ ਜੋ ਹਰੇਕ ਚਿਤਵਨੀ ਪੂਰੀ ਕਰਦੀ ਹੈ, ਉਸਦੇ ਕੋਲ ਉਹ ਹੈ। ਉਸ ਪਰਮਾਤਮਾ ਦਾ ਸਿਮਰਨ ਕਰ, ਉਸਨੂੰ ਚੇਤ, ਉਹਨੂੰ ਯਾਦ ਕਰ, ਤੈਂ ਵੀ ਉਤਰਸ ਪਾਰਾ, ਤੂੰ ਵੀ ਇਸ ਭਵ ਸਾਗਰ ਤੋਂ ਪਾਰ ਹੋ ਜਾਏਗਾ, ਦੁੱਖਾਂ ਤੋਂ ਬਚ ਜਾਏਗਾ, ਇਹਨਾਂ ਵਿਕਾਰਾਂ ਤੋਂ ਬਚ ਜਾਏਗਾ। ਔਰ ਜਦੋਂ ਤੂੰ ਵਿਕਾਰਾਂ ਤੋਂ ਦੁੱਖਾਂ ਤੋਂ ਬਚ ਗਿਆ ਤਾਂ ਉਸ ਵੇਲੇ ਤੇਰਾ ਜੀਵਨ ਸਫਲਾ ਹੋਏਗਾ। ਨਹੀਂ ਤਾਂ ਯਾਦ ਰੱਖਣਾ, ਅਸੀਂ ਰੋਜ਼ ਪੜ੍ਹਦੇ ਹਾਂ ਆਸਾ ਮਹਿਲਾ ਪਹਿਲਾ, ਤਿਤ ਸਰਵਰ ਡੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ, ਪੰਕਜ ਮੋਹ ਪਗਨੀ ਚਾਲੈ, ਹਮ ਦੇਖਾ ਤੈਂ ਡੂਬਿਆਲੇ। ਅਸੀਂ ਦੇਖਿਆ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੰਸਾਰ ਡੁੱਬ ਰਿਹਾ, ਅਸੀਂ ਪਾਰ ਹੋਣਾ। ਮਹਾਰਾਜ ਕਹਿੰਦੇ ਤੂੰ ਵੀ ਉਸ ਚਿੰਤਾ ਮਨ ਨੂੰ, ਜਿਹੜੀ ਸਾਰਿਆਂ ਦੀ ਚਿੰਤਾਵਾਂ ਦੂਰ ਕਰਨ ਵਾਲੀ ਉਹ ਮਣੀ ਜੋ ਹਰੇਕ ਚਿਤਵਨੀ ਪੂਰੀ ਕਰਦੀ ਹੈ, ਉਸਨੂੰ ਪਰਮਾਤਮਾ ਚਿੰਤਾ ਮਨ ਕਹਿ ਰਹੇ ਨੇ। ਚਿੰਤਾ ਦੀ ਮਣੀ, ਹਰ ਇੱਕ ਚਿਤਵਨੀ ਪੂਰੀ ਕਰਨ ਵਾਲਾ ਪਰਮਾਤਮਾ, ਚੇਤ ਉਹਨੂੰ ਯਾਦ ਕਰ, ਤੂੰ ਵੀ ਇਹਨਾਂ ਵਿਕਾਰਾਂ ਤੋਂ, ਦੁੱਖਾਂ ਤੋਂ, ਪਾਪਾਂ ਤੋਂ ਬਚ ਜਾਏਗਾ ਜੇ ਉਹਨੂੰ ਯਾਦ ਕਰੇਗਾ। ਯਾਦ ਰੱਖਣਾ ਪਿਆਰਿਓ, ਸਾਡੇ ਜੀਵਨ ਵਿੱਚ ਵੀ ਬੜੇ ਪਾਪ ਨੇ, ਬਹੁਤ ਸਾਰੇ ਦੁੱਖ ਨੇ। ਇਹ ਗੱਲ ਵੱਖਰੀ ਹੈ ਕਿ ਅਸੀਂ ਆਪਣੇ ਪਾਪਾਂ ਦੇ ਉੱਤੇ ਪਰਦੇ ਪਾ ਕੇ ਰੱਖਦੇ ਹਾਂ। ਜੇ ਕਿਤੇ ਸਾਡੇ ਪਾਪ ਵੀ ਜਗਜ਼ਾਹਰ ਹੋਣ ਨਾ, ਤੇ ਸਾਡੇ ਜੀਵਨ 'ਚ ਵੀ ਕਿੱਡੇ ਪਾਪ ਨੇ, ਅਸੀਂ ਬਿਆਨ ਨਹੀਂ ਕਰ ਸਕਦੇ। ਇਹ ਤੇ ਮੇਰਾ ਮਾਲਕ ਕਿਰਪਾਲੂ ਹੈ, ਸਾਡੇ ਪਾਪਾਂ ਤੇ ਵੀ ਪਰਦੇ ਪਾ ਕੇ ਰੱਖਦਾ ਹੈ, ਸਾਡੇ ਪਾਪਾਂ ਨੂੰ ਵੀ ਕੱਜ ਕੇ ਰੱਖਦਾ ਹੈ। ਜੇ ਕਿਤੇ ਸਾਡੇ ਪਾਪਾਂ ਦੇ ਪਰਦੇ ਉਗੋੜ ਦੇਵੇ ਨਾ, ਤੇ ਇੱਥੇ ਕੋਈ ਵੀ ਐਸਾ ਨਹੀਂ ਜਿਹਦੇ ਜੀਵਨ 'ਚ ਪਾਪ ਨਹੀਂ ਮਿਲਣਗੇ, ਜਿਹਦੇ ਜੀਵਨ ਵਿੱਚ ਬੁਰਾਈਆਂ ਨਹੀਂ, ਜਿਹਦੇ ਜੀਵਨ ਵਿੱਚ ਸੰਸਾਰ ਦੇ ਵਿੱਚ ਵਿਕਾਰ ਨਹੀਂ। ਬਸ ਇਹ ਤਾਂ ਮਾਲਕ ਨੇ ਪਰਦੇ ਪਾ ਕੇ ਕੱਜਿਆ। ਆਪਣੇ ਪਰਦੇ ਪਏ ਰਹਿਣ ਔਰ ਅਸੀਂ ਭਵ ਸਾਗਰ ਤੋਂ ਪਾਰ ਹੋਈਏ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਅੱਜ ਦੇ ਬਚਨਾਂ ਵਿੱਚ ਕਹਿ ਰਹੇ ਨੇ, ਤੂੰ ਵੀ ਪਰਮਾਤਮਾ ਦਾ ਨਾਮ ਜਪ, ਤੇਰਾ ਵੀ ਪਾਰ ਉਤਾਰਾ ਹੋ ਜਾਏਗਾ। ਫਿਰ ਤੇਰੇ ਹੋ ਜਾਣਗੇ ਇਹ ਲੋਕ ਸੁਖੀਏ, ਪਰ ਲੋਕ ਸਵੇਲੇ ਨਾਨਕ ਹਰਿ ਭੋਗ ਆਪੇ ਮਿਲੇ। ਧੰਨਵਾਦ ਜੀ ਸਾਰਿਆਂ ਦਾ। ਇਤਨੇ ਬਚਨ ਪ੍ਰਵਾਨ, ਦਾਸ ਦੀਆਂ ਭੁੱਲਾਂ ਦਾਸ ਦੀ ਝੋਲੀ ਵਿੱਚ, ਗੁਰੂ ਕੇ ਬਚਨ ਹਿਰਦੇ ਵਿੱਚ ਵਸਾ ਲੈਣਾ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਦਾਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ